ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ ਲੈ ਕੇ ਹਾਜ਼ਰ ਹੋਈਆਂ ਖਬਰਾਂ ਦਾ ਬੁਲੇਟਿਨ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੋਂ। ਫਰਾਂਸ ਨੇ ਅਮਰੀਕਾ ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ। ਮੈਕਸੀਕੋ ਦੇ ਫੌਜੀ ਮੁਲਾਜ਼ਮਾਂ ਤੇ ਪੁਲਿਸ ਦੇ ਨਾਲ ਮੁਕਾਬਲੇ ਦੇ ਵਿੱਚ 9 ਬੰਦੂਕਧਾਰੀਆਂ ਦੀ ਹੋਈ ਮੌਤ। ਬਲਿੰਕਨ ਦੇ ਮੂੰਹ ਦੇ ਵਿੱਚ ਕੌੜਾ ਸੱਚ ਸੁਣ ਕੇ ਆਪਣੇ ਆਪ ਨੂੰ ਦੁੱਧ ਧੋਤਾ ਦੱਸਣ ਲੱਗਾ ਪਾਕਿਸਤਾਨ। ਅਮਰੀਕਾ ਯੂਨਾਈਟਿਡ 에ਅਰਲਾਈਨ ਦੇ ਲਗਭਗ 90 ਸਟਾਫ ਨੇ ਲਗਾਇਆ ਕਰੋਨਾ ਟੀਕਾ। ਟੈਕਸਾਸ ਦੇ ਵਿੱਚ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀ। ਕੋਵਿਡ-19 ਦੀ ਚੌਥੀ ਵੇਵ ਦੇ ਦਰਮਿਆਨ ਕੈਨੇਡਾ ਦੇ ਪ੍ਰੋਵਿੰਸਾਂ ਦੇ ਵੱਲੋਂ ਮੁੜ ਲਗਾਈਆਂ ਗਈਆਂ ਪਾਬੰਦੀਆਂ। ਵੈਸਟਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਲਾਸਾਂ ਦਾ ਕੀਤਾ ਬਾਈਕਾਟ ਤੇ ਕੀਤਾ ਰੋਜ਼ ਮੁਜ਼ਾਹਰਾ। ਮੋਦੀ ਦੇ ਜਨਮ ਦਿਨ ਦੇ ਮੌਕੇ ਕਰੋਨਾ ਟੀਕਾਕਰਨ ਦੇ ਟੁੱਟੇ ਸਾਰੇ ਰਿਕਾਰਡ। ਕੋਵੈਕਸੀਨ ਨੂੰ WHO ਦੀ ਮਨਜ਼ੂਰੀ ਦੇ ਵਿੱਚ ਦੇਰੀ ਤੋਂ ਭਾਰਤ ਪਰੇਸ਼ਾਨ। ਪੀਐਮ ਮੋਦੀ ਨੂੰ ਅਫਗਾਨ ਹਿੰਦੂਆਂ ਸਿੱਖਾਂ ਨੂੰ ਛੇਤੀ ਤੋਂ ਛੇਤੀ ਅਫਗਾਨਿਸਤਾਨ ਦੇ ਵਿੱਚੋਂ ਕੱਢਣ ਦੀ ਕੀਤੀ ਗਈ ਅਪੀਲ। ਜਲੰਧਰ ਦੇ ਵਿੱਚ ਹੋਣ ਵਾਲਾ ਸੂਰਿਆ ਕਿਰਨ ਦਾ 에ਅਰ ਸ਼ੋਅ ਹੋਇਆ ਰੱਦ, ਨਿਰਾਸ਼ ਪਰਤੇ ਲੋਕ। BSF ਦੀ ਬਿਡਿੰਗ ਰਿਟਰੀਟ ਪਰੇਡ ਸ਼ੁਰੂ, ਇੱਕ ਦਿਨ ਦੇ ਵਿੱਚ 300 ਟੂਰਿਸਟਾਂ ਦੀ ਹੋਵੇਗੀ ਐਂਟਰੀ। ਨਵਜੋਤ ਸਿੱਧੂ ਤੇ ਰਾਘਵ ਚੱਡਾ ਦੇ ਵਿਚਾਲੇ ਜ਼ਬਰਦਸਤ ਟਵਿੱਟਰ ਵਾਰ, ਇੱਕ ਦੂਜੇ ਤੇ ਲਾ ਰਹੇ ਨੇ ਗੰਭੀਰ ਦੋਸ਼। ਹੁਣ ਖਬਰਾਂ ਵਿਸਥਾਰ ਨਾਲ। ਉਧਰ ਅਮਰੀਕਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਦੇਸ਼ ਫਰਾਂਸ ਨੇ ਗੁੱਸਾ ਜਤਾਉਂਦਿਆਂ ਹੋਇਆਂ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਸ਼ੁੱਕਰਵਾਰ ਨੂੰ ਵਾਪਸ ਸੱਦ ਲਿਆ। ਦੋਵਾਂ ਦੇਸ਼ਾਂ ਦੇ ਵਿਚਾਲੇ 18ਵੀਂ ਸਦੀ ਦੀ ਕ੍ਰਾਂਤੀ ਦੇ ਦੌਰਾਨ ਬਣੇ ਸੰਬੰਧਾਂ ਦੇ ਵਿੱਚ ਦਰਾਰ ਆਉਂਦੀ ਹੁਣ ਨਜ਼ਰ ਆ ਰਹੀ ਹੈ। ਦਰਅਸਲ ਅਮਰੀਕਾ, ਆਸਟ੍ਰੇਲੀਆ ਤੇ ਬ੍ਰਿਟੇਨ ਨੇ ਨਵਾਂ ਹਿੰਦ ਪ੍ਰਸ਼ਾਂਤ ਸੁਰੱਖਿਆ ਗੱਠਜੋੜ ਬਣਾਉਣ ਦੇ ਵਿੱਚ ਫਰਾਂਸ ਨੂੰ ਛੱਡ ਦਿੱਤਾ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਉਸਨੇ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਸੱਦਿਆ। ਉਸਨੇ ਆਸਟ੍ਰੇਲੀਆ ਤੋਂ ਵੀ ਆਪਣੇ ਰਾਜਦੂਤ ਨੂੰ ਵਾਪਸ ਸੱਦਿਆ। ਫਰਾਂਸੀਸੀ ਵਿਦੇਸ਼ ਮੰਤਰੀ ਜਿਆਨ-ਇਵ ਲੀ ਦ੍ਰਿਆਨ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੀ ਬੇਨਤੀ ਨੇ ਲਿਆ ਇਹ ਫੈਸਲਾ ਆਸਟ੍ਰੇਲੀਆ ਅਤੇ ਅਮਰੀਕਾ ਦੇ ਵੱਲੋਂ ਕੀਤੀ ਗਈ ਘੋਸ਼ਣਾ ਦੀ ਅਸਾਧਾਰਨ ਗੰਭੀਰਤਾ ਨੂੰ ਦੇਖਦੇ ਹੋਏ ਜਾਇਜ਼ ਹੈ। ਅਮਰੀਕਾ, ਆਸਟ੍ਰੇਲੀਆ ਤੇ ਬ੍ਰਿਟੇਨ ਨੇ ਨਵੇਂ 3-ਪੱਖੀ ਸੁਰੱਖਿਆ ਗੱਠਜੋੜ AUKUS ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਫਰਾਂਸ ਅਤੇ ਆਸਟ੍ਰੇਲੀਆ ਦੇ ਵਿਚਾਲੇ ਡੀਜ਼ਲ ਪਣਡੁੱਬੀਆਂ ਦੇ ਨਿਰਮਾਣ ਦੇ ਲਈ ਕਰੀਬ $100 ਅਰਬ ਦਾ ਸੌਦਾ ਹੋਇਆ ਸੀ। ਨਵੀਂ AUKUS ਪਹਿਲ ਦੀਆਂ ਸ਼ਰਤਾਂ ਤਹਿਤ ਆਸਟ੍ਰੇਲੀਆ ਦੇ ਲਈ ਡੀਜ਼ਲ ਪਣਡੁੱਬੀਆਂ ਦੇ ਨਿਰਮਾਣ ਦਾ ਇਹ ਸੌਦਾ ਸਮਾਪਤ ਹੋ ਜਾਵੇਗਾ, ਜਿਸ ਨਾਲ ਫਰਾਂਸ ਨਾਖੁਸ਼ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਮਝੌਤਾ ਖਤਮ ਕਰਨ ਦਾ ਆਸਟ੍ਰੇਲੀਆ ਦਾ ਫੈਸਲਾ ਸਹਿਯੋਗੀਆਂ ਅਤੇ ਸਾਂਝੇਦਾਰ ਵਿਚਾਲੇ ਅਸਵੀਕਾਰਯੋਗ ਵਿਵਹਾਰ ਹੈ। ਉਧਰ ਅਮਰੀਕਾ ਦੇ ਨਾਲ ਲੱਗਦੀ ਸਰਹੱਦ ਨੇੜੇ ਮੈਕਸੀਕੋ ਦੇ ਫੌਜੀ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੁਕਾਬਲੇ ਦੇ ਵਿੱਚ 9 ਬੰਦੂਕਧਾਰੀਆਂ ਦੀ ਮੌਤ ਹੋ ਗਈ। ਪੂਰਬੀ ਸਰਹੱਦੇ ਸੂਬੇ ਕੋਵਾਵਿਲਾ ਦੀ ਸਰਕਾਰ ਨੇ ਦੱਸਿਆ ਕਿ ਸਰਹੱਦੀ ਸ਼ਹਿਰ ਨੂਏਵੇ ਲਾਰੋਡੋ ਦੇ ਦੱਖਣ ਪੱਛਮ ਦੇ ਵਿੱਚ ਇੱਕ ਸੜਕ ਤੇ ਗਸ਼ਤ ਕਰਦੇ ਹੋਇਆਂ ਸੂਬਾ ਪੁਲਿਸ ਦੇ ਅਧਿਕਾਰੀਆਂ ਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ। ਅਫਗਾਨਿਸਤਾਨ ਦੇ ਹਾਲ ਹੀ ਦੇ ਵਿੱਚ ਕਾਂਗਰਸ ਦੀ ਸੁਣਵਾਈ ਦੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਸੰਸਦ ਮੈਂਬਰਾਂ ਨੇ ਜੋ ਕੋੜਾ ਸੱਚ ਬੋਲਿਆ ਉਸ ਨੂੰ ਪਾਕਿਸਤਾਨ ਘਾਬਰ ਗਿਆ ਹੈ ਅਤੇ ਆਪਣੇ ਆਪ ਨੂੰ ਦੁੱਧ ਪੋਤਾ ਦੱਸਦੇ ਹੋਏ ਕਹਿ ਰਿਹਾ ਹੈ ਕਿ ਅਜਿਹਾ ਅਮਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਗੂੜੇ ਸੰਬੰਧਾਂ ਦੇ ਮੁਤਾਬਕ ਨਹੀਂ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਜਿੱਤ ਤੇ ਕਾਂਗਰਸ ਦੇ ਸਾਹਮਣੇ ਗਵਾਹੀ ਦਿੰਦਿਆਂ ਹੋਇਆਂ ਬਲਿੰਕਨ ਨੇ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੂੰ ਦੱਸਿਆ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਜਲਦੀ ਹੀ ਪਾਕਿਸਤਾਨ ਤੋਂ ਆਪਣੇ ਸੰਬੰਧਾਂ ਦਾ ਮੁਲਾਂਕਣ ਕਰੇਗਾ, ਕਿਉਂਕਿ ਪਾਕਿਸਤਾਨ ਦੇ ਹਿੱਤ ਸਾਡੇ ਹਿੱਤਾਂ ਦੇ ਨਾਲ ਸੰਘਰਸ਼ ਦੇ ਵਿੱਚ ਨੇ। ਬਲਿੰਕਨ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਨੂੰ ਹੈ ਜੋ ਅਫਗਾਨਿਸਤਾਨ ਦੇ ਭਵਿੱਖ ਦੇ ਬਾਰੇ ਲਗਾਤਾਰ ਆਪਣੇ ਦਾ ਲਗਾਉਣ ਦੇ ਵਿੱਚ ਸ਼ਾਮਲ ਰਿਹਾ ਹੈ। ਉਹ ਤਾਲਿਬਾਨ ਦੇ ਮੈਂਬਰਾਂ ਨੂੰ ਸ਼ਰਨ ਦੇਣ ਵਾਲਾ ਹੈ ਅਤੇ ਉਹ ਅੱਤਵਾਦ ਦੇ ਖਿਲਾਫ ਸਾਡੇ ਨਾਲ ਸਹਿਯੋਗ ਦੇ ਵਿੱਚ ਵੀ ਸ਼ਾਮਲ ਹੋਣ ਦਾ ਦਿਖਾਵਾ ਕਰ ਰਿਹਾ ਹੈ। ਬਲਿੰਕਨ ਦੀਆਂ ਇਹਨਾਂ ਟਿੱਪਣੀਆਂ ਦੇ ਨਾਲ ਪਾਕਿਸਤਾਨ ਸਪਸ਼ਟ ਤੌਰ ਤੇ ਹੈਰਾਨ ਹੈ। ਪਾਕਿਸਤਾਨ ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਬਲਿੰਕਨ ਦਾ ਇਹ ਬਿਆਨ ਹੈਰਾਨੀਜਨਕ ਹੈ, ਕਿਉਂਕਿ ਅਫਗਾਨ ਸ਼ਾਂਤੀ ਪ੍ਰਕਿਰਿਆ ਦੇ ਵਿੱਚ ਪਾਕਿਸਤਾਨ ਦੀ ਹਾਂ ਪੱਖੀ ਭੂਮਿਕਾ ਹਾਲ ਹੀ ਦੇ ਵਿੱਚ ਅਫਗਾਨਿਸਤਾਨ ਤੋਂ ਬਹੁਰਾਸ਼ਟਰੀ ਨਿਕਾਸੀ ਕੋਸ਼ਿਸ਼ਾਂ ਦੇ ਵਿੱਚ ਸਹਿਯੋਗ ਅਤੇ ਅਫਗਾਨਿਸਤਾਨ ਦੇ ਵਿੱਚ ਇੱਕ ਇਨਕਲੂਸਿਵ ਸਿਆਸੀ ਹੱਲ ਦੇ ਲਈ ਉਸਦੇ ਲਗਾਤਾਰ ਸਮਰਥਨ ਨੂੰ ਸਵੀਕਾਰ ਕੀਤਾ ਗਿਆ। ਹਾਲ ਹੀ ਦੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਵੀ 1 ਸਤੰਬਰ ਦੀ ਬਰੀਫਿੰਗ ਦੇ ਵਿੱਚ ਇਹ ਮੰਨਿਆ ਸੀ। ਪਾਕਿਸਤਾਨ ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਪਿਛਲੇ 20 ਸਾਲਾਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਨਿਭਾਈ ਗਈ ਕਿਰਦਾਰ ਤੇ ਬਲਿੰਕਨ ਦੀ ਟਿੱਪਣੀ ਖਾਰਜ ਕਰ ਦਿੱਤੀ। ਉਧਰ ਯੂਨਾਈਟਿਡ 에ਅਰਲਾਈਨਸ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕੰਪਨੀ ਨੇ ਅਮਰੀਕਾ ਦੇ ਸਥਿਤ 90 ਕਰਮਚਾਰੀਆਂ ਨੇ ਕੰਪਨੀ ਦੇ ਦੁਆਰਾ ਦਿੱਤੀ 27 ਸਤੰਬਰ ਦੀ ਆਖਰੀ ਮਿਤੀ ਤੋਂ ਪਹਿਲਾਂ ਕੋਵਿਡ-19 ਟੀਕੇ ਲਗਾਉਣ ਦੇ ਸਬੂਤ ਅਪਲੋਡ ਕੀਤੇ ਨੇ। ਯੂਨਾਈਟਿਡ 에ਅਰਲਾਈਨ ਨੇ ਉਹਨਾਂ ਕਰਮਚਾਰੀਆਂ ਦੇ ਪ੍ਰਤੀ ਸਖਤ ਰੁਖ ਵੀ ਅਪਣਾਇਆ ਹੈ ਜੋ ਟੀਕਾ ਲਗਵਾਉਣ ਤੋਂ ਇਨਕਾਰ ਕਰਦੇ ਨੇ ਅਤੇ ਅਗਸਤ ਦੇ ਆਰੰਭ ਦੇ ਵਿੱਚ ਵੈਕਸੀਨ ਦੀ ਜ਼ਰੂਰਤ ਦਾ ਐਲਾਨ ਕਰਨ ਵਾਲੀ ਪਹਿਲੀ US 에ਅਰ ਕੰਪਨੀ ਬਣ ਗਈ ਸੀ। ਯੂਨਾਈਟਿਡ ਦੇ ਅਧਿਕਾਰੀ ਸਕੌਟ ਕਿਰਬੀ ਨੇ ਦੱਸਿਆ ਕਿ 에ਅਰਲਾਈਨ ਆਪਣੇ ਤੌਰ ਤੇ ਯਾਤਰੀਆਂ ਦੇ ਲਈ ਟੀਕੇ ਨੂੰ ਜ਼ਰੂਰੀ ਨਹੀਂ ਕਰੇਗੀ, ਪਰ ਕੰਪਨੀ ਸਰਕਾਰੀ ਆਦੇਸ਼ ਦੀ ਪਾਲਣਾ ਕਰੇਗੀ। ਸ਼ਿਕਾਗੋ ਦੇ ਸਥਿਤ ਕੰਪਨੀ ਯੂਨਾਈਟਿਡ ਅਨੁਸਾਰ ਕੰਪਨੀ ਦੇ ਵੱਲੋਂ ਜ਼ਰੂਰੀ ਟੀਕਾਕਰਨ ਦੀ ਘੋਸ਼ਣਾ ਕਰਨ ਦੇ ਬਾਅਦ ਤਕਰੀਬਨ 20,000 ਕਰਮਚਾਰੀਆਂ ਨੇ ਵੈਕਸੀਨ ਰਿਕਾਰਡ ਅਪਲੋਡ ਕੀਤੇ ਨੇ।
ਉਧਰ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕੀ ਸਟੇਟ ਟੈਕਸਾਸ ਦੇ ਵਿੱਚ ਮੈਕਸੀਕੋ ਦੀ ਸਰਹੱਦ ਨੇੜੇ ਇੱਕ ਪੁਲ ਦੇ ਹੇਠਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਅਮਰੀਕੀ ਪ੍ਰਸ਼ਾਸਨ ਦੇ ਦੁਆਰਾ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਦੇ ਲਈ ਉਡੀਕ ਰਹੇ ਨੇ। ਵੀਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਬਾਰਡਰ ਪੈਟਰੋਲ ਦੇ ਦੁਆਰਾ ਕਾਰਵਾਈ ਦੀ ਉਡੀਕ ਰਹੇ ਪ੍ਰਵਾਸੀਆਂ ਦੀ ਗਿਣਤੀ ਰਾਤੋਂ ਰਾਤ ਦੁੱਗਣੀ ਹੋ ਕੇ 10,000 ਦੇ ਨੇੜੇ ਹੋ ਗਈ ਹੈ। ਅਧਿਕਾਰੀਆਂ ਦੇ ਅਨੁਸਾਰ ਟੈਕਸਾਸ ਦੇ ਡੇਲ ਰਿਓ ਦੇ ਵਿੱਚ ਇੰਟਰਨੈਸ਼ਨਲ ਪੁਲਾਂ ਦੇ ਹੇਠਾਂ ਪ੍ਰਵਾਸੀਆਂ ਦਾ ਭਾਰੀ ਇਕੱਠ ਇੱਕ ਸਮੱਸਿਆ ਬਣ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਪੁਲ ਹੇਠਾਂ ਲਗਭਗ 4,000 ਪ੍ਰਵਾਸੀ ਨੇ, ਪਰ ਇਹ ਗਿਣਤੀ ਰਾਤੋਂ ਰਾਤ ਵੱਧ ਕੇ ਵੀਰਵਾਰ ਨੂੰ 8,200 ਦੇ ਕਰੀਬ ਹੋ ਗਈ। ਬਾਰਡਰ ਪੈਟਰੋਲ ਦੇ ਅਨੁਸਾਰ ਇਸ ਭੀੜ ਦਾ ਜ਼ਿਆਦਾਤਰ ਹਿੱਸਾ ਹੈਤੀ ਵਾਸੀਆਂ ਦਾ ਹੈ। ਇਹਨਾਂ ਨੂੰ ਪੀਣ ਵਾਲਾ ਪਾਣੀ, ਤੌਲੀਏ ਅਤੇ ਪੋਰਟੇਬਲ ਪਖਾਨੇ ਆਦਿ ਵਰਤਣ ਦੇ ਲਈ ਪ੍ਰਦਾਨ ਕੀਤੇ ਗਏ ਨੇ। ਪ੍ਰਸ਼ਾਸਨ ਦੇ ਅਨੁਸਾਰ ਅਗਸਤ ਦੇ ਵਿੱਚ ਦੱਖਣੀ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਫੋਰਸ ਦੀਆਂ 2 ਲੱਖ ਤੋਂ ਵੱਧ ਮੁਲਾਕਾਤਾਂ ਹੋਈਆਂ। ਇਹ ਲਗਾਤਾਰ ਦੂਜੇ ਮਹੀਨੇ ਦੀ ਜ਼ਿਆਦਾ ਗਿਣਤੀ ਹੈ। ਜ਼ਿਆਦਾਤਰ ਰਿਪਬਲਿਕਨ ਲੀਡਰ ਰਾਸ਼ਟਰਪਤੀ ਬਾਈਡਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਵਾਧੇ ਨੂੰ ਜ਼ਿੰਮੇਵਾਰ ਠਹਿਰਾਣੇ ਨੇ। ਉਧਰ ਕੋਵਿਡ-19 ਦੀ ਚੌਥੀ ਵੇਵ ਦੇ ਕੈਨੇਡਾ ਦੇ ਵਿੱਚ ਪੈਰ ਪਸਾਰਨ ਦੇ ਮੱਦੇਨਜ਼ਰ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਵੱਲੋਂ ਵੱਡੀਆਂ ਆਊਟਬ੍ਰੇਕਸ ਨੂੰ ਰੋਕਣ ਦੇ ਲਈ ਨਵੇਂ ਮਾਪਦੰਡ ਲਾਗੂ ਕੀਤੇ ਜਾ ਰਹੇ ਨੇ। ਕਈਆਂ ਨੇ ਤਾਂ ਆਪਣੀਆਂ ਰੀਓਪਨਿੰਗ ਵਾਪਸ ਲੈ ਲਈਆਂ ਨੇ, ਜਦਕਿ ਕੁਝ ਹੋਰਨਾਂ ਨੇ ਮੁੜ ਸਟੇਟ ਆਫ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਵਧੇਰੇ ਖਤਰਨਾਕ ਡੈਲਟਾ ਵੇਰੀਐਂਟ ਦੀ ਰੀਓਪਨਿੰਗ ਪਲਾਨਸ ਦੇ ਉੱਤੇ ਪਾਣੀ ਫੇਰ ਦਿੱਤਾ ਹੈ। ਭਾਵੇਂ ਕੈਨੇਡਾ ਦੀ ਕੁੱਲ ਆਬਾਦੀ ਦਾ 70% ਦੀ ਵੈਕਸੀਨੇਸ਼ਨ ਕਰਵਾ ਚੁੱਕਿਆ ਹੈ, ਪਰ ਅਧਿਕਾਰੀ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਫੂਕ ਕੇ ਕਦਮ ਚੁੱਕ ਰਹੇ ਨੇ। ਯੂਕੌਨ ਨੇ ਸਾਰੇ ਪਬਲਿਕ ਹੈਲਥ ਮਾਪਦੰਡ ਤੇ ਪਲਾਨਸ ਚੁੱਕ ਲਏ ਨੇ ਅਤੇ ਆਊਟਬ੍ਰੇਕਸ ਫੈਲਣ ਦੇ ਸਮੇਂ ਦੇ ਵਿੱਚ ਉਹਨਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਕੈਨੇਡਾ ਦੇ ਵਿੱਚ ਹੋਰਾਂ ਥਾਵਾਂ ਦੇ ਉੱਤੇ ਸਰਕਾਰਾਂ ਦੇ ਵੱਲੋਂ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਮਾਪਦੰਡ ਅਪਣਾਏ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਸਟੋਰੈਂਟ ਜਾਣ ਵਾਲੇ ਬਹੁਤੇ ਲੋਕ ਇੰਡੋਰ ਜਾਂ ਫਿਰ ਆਊਟਡੋਰ ਡਾਈਨਿੰਗ ਦੇ ਲਈ ਜਾ ਸਕਦੇ ਨੇ, ਪਰ ਲੋਕਲ ਪਾਬੰਦੀਆਂ ਅਪਲਾਈ ਹੋਣਗੀਆਂ। ਪ੍ਰੋਵਿੰਸ ਦੇ ਵੱਲੋਂ ਇਸ ਸਮੇਂ ਕੋਵਿਡ-19 ਦੇ ਨਾਲ ਸੰਬੰਧਿਤ ਕੈਪੈਸਿਟੀ ਸੰਬੰਧੀ ਕੋਈ ਪਾਬੰਦੀਆਂ ਨਹੀਂ ਲਗਾਈਆਂ ਗਈਆਂ। ਐਲਬਰਟਾ ਵਾਸੀਆਂ ਨੂੰ ਇਸ ਸਮੇਂ ਸਟੇਟ ਆਫ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਆਂ ਕੋਵਿਡ-19 ਪਾਬੰਦੀਆਂ ਦੇ ਕਾਰਨ ਇੰਡੋਰ ਡਾਈਨਿੰਗ ਖਤਮ ਹੋ ਚੁੱਕੀ ਹੈ, ਪਰ ਜਿਨ੍ਹਾਂ ਨੂੰ ਫਿਰ ਵੀ ਰੈਸਟੋਰੈਂਟ ਦੇ ਵਿੱਚ ਖਾਣਾ ਹੈ, ਉਹ 5 ਹੋਰ ਵਿਅਕਤੀਆਂ ਦੇ ਨਾਲ ਆਊਟਡੋਰ ਅਜਿਹਾ ਕਰ ਸਕਦੇ ਨੇ। ਕੁਝ ਰੈਸਟੋਰੈਂਟ ਵੈਕਸੀਨੇਸ਼ਨ ਦਾ ਪ੍ਰੂਫ ਵਿਖਾਏ ਜਾਣ ਨਾਲ ਨੈਗੇਟਿਵ ਟੈਸਟ ਰਿਪੋਰਟ ਵਿਖਾ ਕੇ ਲੋਕਾਂ ਨੂੰ ਖਾਣਾ ਖਾਣ ਦੇ ਰਹੇ ਨੇ। ਸਸਕੈਚੁਅਨ ਦੇ ਵਿੱਚ ਇੰਡੋਰ ਡਾਈਨਰਸ ਨੂੰ ਟੈਸਟ ਦੀ ਨੈਗੇਟਿਵ ਰਿਪੋਰਟਾਂ ਜਾਂ ਫਿਰ ਵੈਕਸੀਨੇਸ਼ਨ ਦਾ ਪ੍ਰੂਫ ਵਿਖਾਉਣਾ ਹੋਵੇਗਾ। ਇਹ ਨਿਯਮ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਮੈਨੀਟੋਬਾ ਦੇ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਰੈਸਟੋਰੈਂਟ ਦੇ ਵਿੱਚ ਇੰਡੋਰ ਜਾਂ ਫਿਰ ਆਊਟਡੋਰ ਖਾਣਾ ਖਾਣ ਦੇ ਲਈ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ। 22 ਸਤੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਓਨਟਾਰੀਓ ਵਾਸੀ ਆਪਣੇ ਪਸੰਦੀਦਾ ਰੈਸਟੋਰੈਂਟ ਦੇ ਵਿੱਚ ਵੈਕਸੀਨੇਸ਼ਨ ਦਾ ਸਬੂਤ ਦੇ ਕੇ ਇੰਡੋਰ ਖਾਣਾ ਖਾ ਸਕਣਗੇ। ਕਿਊਬਿਕ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦੇ ਲਈ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ। ਟੇਬਲ ਸਾਈਜ਼ 10 ਲੋਕਾਂ ਤੋਂ ਟੱਪਣਾ ਨਹੀਂ ਚਾਹੀਦਾ। ਇੰਡੋਰ ਡਾਈਨਿੰਗ ਦੇ ਲਈ ਰੈਸਟੋਰੈਂਟਸ ਨੂੰ ਫਿਜ਼ੀਕਲ ਡਿਸਟੈਂਸਿੰਗ ਮੇਨਟੇਨ ਕਰਨੀ ਵੀ ਹੋਵੇਗੀ। ਕੋਵਿਡ-19 ਦੇ ਮੁੜ ਪ੍ਰਸਾਰ ਨੂੰ ਵੇਖਦਿਆਂ ਹੋਇਆਂ ਨਿਊ ਬ੍ਰੰਜ਼ਵਿਕ ਨੇ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ। 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਰੈਸਟੋਰੈਂਟ ਜਾਣ ਵਾਲੇ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਹੋਵੇਗਾ। ਵੈਕਸੀਨੇਸ਼ਨ ਵਾਲੀ ਸ਼ਰਤ ਤੇ 22 ਸਤੰਬਰ ਤੋਂ ਇੰਡੋਰ ਤੇ ਆਊਟਡੋਰ ਦੋਵਾਂ ਦੇ ਉੱਤੇ ਲਾਗੂ ਹੋਵੇਗੀ। ਬ੍ਰਿਟਿਸ਼ ਕੋਲੰਬੀਅਨਸ ਦੇ ਲਈ ਸੈੱਲ ਅਤੇ ਪਰਸਨਲ ਕੇਅਰ ਸਰਵਿਸਿਜ਼ ਖੁੱਲੀਆਂ ਹੋਈਆਂ ਨੇ, ਪਰ ਇੱਥੇ ਮਾਸਕਿੰਗ ਤੇ ਡਿਸਟੈਂਸਿੰਗ ਸੰਬੰਧੀ ਨਿਯਮ ਲਾਗੂ ਹੋਣਗੇ। ਐਲਬਰਟਾ ਵਾਸੀਆਂ ਨੂੰ ਹੇਅਰ ਕੱਟ ਤੇ ਸਪਾ ਦੇ ਲਈ ਪਹਿਲਾਂ ਬੁਕਿੰਗ ਕਰਵਾਉਣੀ ਪਵੇਗੀ। ਇੱਥੇ ਹੀ ਮਾਸਕਿੰਗ ਤੇ ਸੋਸ਼ਲ ਡਿਸਟੈਂਸਿੰਗ ਦੀ ਸ਼ਰਤ ਵੀ ਲਾਗੂ ਹੁੰਦੀ ਹੈ। ਕਿਊਬਿਕ ਦੇ ਵਿੱਚ ਅਜਿਹੀਆਂ ਸੇਵਾਵਾਂ ਓਪਨ ਨੇ, ਉੱਥੇ ਵੈਕਸੀਨੇਸ਼ਨ ਦੇ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਹੈ। ਨਿਊ ਬ੍ਰਿੰਜ਼ਵਿਕ ਦੇ ਸਪਾ ਅਤੇ ਸੈਲੋ ਵੈਕਸੀਨੇਸ਼ਨ ਕਰਵਾ ਚੁੱਕੇ ਅਤੇ ਅਨਵੈਕਸੀਨੇਟਡ ਲੋਕਾਂ ਦੇ ਲਈ ਖੁੱਲੇ ਨੇ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਸੈਲੋ ਤੇ ਸਪਾ ਹਰ ਕਿਸੇ ਦੇ ਲਈ ਖੁੱਲੇ ਨੇ। BC ਦੇ ਵਿੱਚ ਵੈਕਸੀਨੇਸ਼ਨ ਦਾ ਸਬੂਤ ਵਿਖਾ ਕੇ ਲੋਕ ਵਰਕਆਊਟ ਕਰ ਸਕਦੇ ਨੇ। ਇਸ ਸਮੇਂ ਜਿਮਸ ਤੇ ਸਪੋਰਟਸ ਕੰਪੀਟੀਸ਼ਨਸ ਨਾਰਮਲ ਸਮਰੱਥਾ ਦੇ ਨਾਲ ਚੱਲ ਰਹੇ ਨੇ। ਐਲਬਰਟਾ ਦੇ ਵਿੱਚ 18 ਸਾਲਾਂ ਤੋਂ ਵੱਧ ਉਮਰ ਦੇ ਲੋਕ ਇੰਡੋਰ ਫਿਟਨੈਸ ਦੇ ਵਿੱਚ 20 ਸਤੰਬਰ ਤੋਂ ਹਿੱਸਾ ਨਹੀਂ ਲੈ ਸਕਣਗੇ। ਓਨਟਾਰੀਓ ਦੇ ਵਿੱਚ ਮਾਸਕ ਲਗਾ ਕੇ ਕੈਪੈਸਿਟੀ ਲਿਮਿਟਸ ਦੀ ਪਾਲਣਾ ਕਰਕੇ ਜਿਮਿੰਗ ਕੀਤੀ ਜਾ ਸਕਦੀ ਹੈ। 22 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਇੱਥੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਪਵੇਗੀ। ਵੈਕਸੀਨੇਸ਼ਨ ਦਾ ਸਬੂਤ ਵੀ ਦੇਣਾ ਹੋਵੇਗਾ। ਮਨੋਰੰਜਨ ਦੇ ਉੱਤੇ BC ਨੇ ਬਹੁਤੀਆਂ ਪਾਬੰਦੀਆਂ ਨਹੀਂ ਲਗਾਈਆਂ। ਮੂਵੀ ਥੀਏਟਰ ਦੇ ਵਿੱਚ ਵੈਕਸੀਨੇਸ਼ਨ ਦਾ ਸਬੂਤ ਚਾਹੀਦਾ ਹੈ। ਐਲਬਰਟਾ ਵਾਸੀ ਅਜੇ ਵੀ ਮਨੋਰੰਜਨ ਵਾਲੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਸਕਦੇ ਨੇ, ਪਰ ਲੋਕਾਂ ਦੀ ਸਮਰੱਥਾ ਫਾਇਰ ਕੋਡ ਕੈਪੈਸਿਟੀ ਦਾ 1/3 ਕਰ ਦਿੱਤੀ ਗਈ ਹੈ। ਓਨਟਾਰੀਓ ਦੀਆਂ ਬਹੁਤੀਆਂ ਮਨੋਰੰਜਨ ਵਾਲੀਆਂ ਥਾਵਾਂ ਤੇ ਗਤੀਵਿਧੀਆਂ ਦੇ ਲਈ ਵੈਕਸੀਨੇਸ਼ਨ ਦਾ ਪ੍ਰੂਫ ਦੇਣਾ ਜ਼ਰੂਰੀ ਹੈ, ਖਾਸ ਤੌਰ ਤੇ ਜਿੱਥੇ ਮਾਸਕ ਨਹੀਂ ਪਾਏ ਜਾ ਸਕਦੇ। 22 ਸਤੰਬਰ ਤੋਂ ਸ਼ੁਰੂ ਕੀਤੇ ਗਏ ਥੀਏਟਰਸ, ਕੰਸਰਟ ਐਵੀਨਿਊ, ਕੈਸੀਨੋਜ਼ ਤੇ ਸਪੋਰਟਸ ਇਵੈਂਟਸ ਦੇ ਵਿੱਚ ਵੈਕਸੀਨੇਸ਼ਨ ਦੇ ਸਬੂਤ ਦੀ ਵੀ ਲੋੜ ਪਵੇਗੀ। ਪਿਛਲੇ ਕੁਝ ਦਿਨਾਂ ਦੇ ਵਿੱਚ ਜਿਨਸੀ ਹਮਲਿਆਂ ਦੇ ਕਈ ਦੋਸ਼ ਸਾਹਮਣੇ ਆਉਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਆਪਣੀਆਂ ਕਲਾਸਾਂ ਦਾ ਬਾਈਕਾਟ ਕੀਤਾ ਤੇ ਕੈਂਪਸ ਦੇ ਵਿੱਚ ਮੁਜ਼ਾਹਰਾ ਕੀਤਾ। ਦੁਪਹਿਰ ਦੇ ਸਮੇਂ ਆਪਣੀਆਂ ਕਲਾਸਾਂ ਨੂੰ ਛੱਡ ਕੇ ਬਾਹਰ ਆਏ ਇਹਨਾਂ ਵਿਦਿਆਰਥੀਆਂ ਨੇ ਆਖਿਆ ਕਿ ਉਹ ਸਕੂਲਸ ਦੇ ਵੱਲੋਂ ਇਹਨਾਂ ਦੋਸ਼ਾਂ ਨੂੰ ਹੈਂਡਲ ਕਰਨ ਤੋਂ ਵੀ ਨਾਰਾਜ਼ ਨੇ। ਸਕੂਲ ਦੇ ਯੂਨੀਵਰਸਿਟੀ ਕਾਲਜ ਦੇ ਬਾਹਰ ਇਕੱਠੀ ਹੋਈ ਭੀੜ ਦੇ ਵਿੱਚ ਕੁਝ ਸਰਵਾਈਵਰਸ ਨੂੰ
ਪ੍ਰੇਮ ਪੱਤਰ ਵੀ ਲਿਖੇ। ਇੱਕ ਵਿਦਿਆਰਥੀ ਨੇ ਸਾਈਨ ਬੋਰਡ ਚੁੱਕਿਆ ਹੋਇਆ ਸੀ ਜਿਸ ਉੱਤੇ ਲਿਖਿਆ ਹੋਇਆ ਸੀਗਾ ਕਿ ਆਪਣੇ ਕੈਂਪਸ ਦੇ ਵਿੱਚ ਸੇਫ ਰਹਿਣ ਦਾ ਸਾਨੂੰ ਪੂਰਾ ਹੱਕ ਹੈ। ਇਹ ਵੀ ਲਿਖਿਆ ਗਿਆ ਸੀਗਾ ਕਿ ਬਸ ਹੁਣ ਬਹੁਤ ਹੋ ਚੁੱਕਿਆ ਹੈ। ਕਈਆਂ ਨੇ ਪ੍ਰੋਟੈਕਟ ਔਰ ਸਟੂਡੈਂਟਸ ਵਾਲੇ ਸਾਈਨ ਬੋਰਡ ਚੁੱਕੇ ਹੋਏ ਸਨ, ਕਈਆਂ ਨੇ ਬੈਨਰ ਫੜੇ ਹੋਏ ਸਨ ਤੇ ਲਿਖਿਆ ਹੋਇਆ ਸੀ ਹੋਰ ਕਿੰਨੇ ਆਪਣੇ ਲੜਕੀਆਂ ਨੂੰ ਐਜੂਕੇਟ ਕਰੋਗੇ, ਕੱਲ ਨੂੰ ਬਹੁਤ ਦੇਰ ਹੋ ਜਾਵੇਗੀ, ਮਹਿਲਾਵਾਂ ਦੇ ਲਈ ਅੱਜ ਵੀ ਆਵਾਜ਼ ਉਠਾਓ। ਜਿਸ ਗਰੁੱਪ ਨੇ ਕਲਾਸਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਸੀ ਉਸਨੇ ਸਕੂਲ ਨੂੰ ਫੌਰੀ ਤੌਰ ਤੇ ਜਿਨਸੀ ਹਿੰਸਾ ਨੂੰ ਖਤਮ ਕਰਨ ਦੇ ਲਈ ਲਿੰਗ ਆਧਾਰਿਤ ਲਾਜ਼ਮੀ ਸੈਕਸੁਅਲ ਹਿੰਸਾ ਸੰਬੰਧੀ ਐਜੂਕੇਸ਼ਨ ਦੇਣ ਦੀ ਮੰਗ ਕੀਤੀ ਸੀ। ਉਧਰ ਬੀਤੇ ਕੱਲ ਯਾਨੀ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ ਦੇਸ਼ ਭਰ ਦੇ ਵਿੱਚ ਰਿਕਾਰਡ ਤੋੜ ਟੀਕਾਕਰਨ ਹੋਏ। ਟੀਕਾਕਰਨ ਦੇ ਸਾਰੇ ਰਿਕਾਰਡ ਟੁੱਟ ਗਏ। ਦੇਸ਼ ਭਰ ਦੇ ਵਿੱਚ ਟੀਕਾਕਰਨ ਦੀ ਗਿਣਤੀ 2 ਕਰੋੜ ਤੋਂ ਪਾਰ ਚਲੀ ਗਈ। ਬੀਤੇ 24 ਘੰਟਿਆਂ ਦੇ ਵਿੱਚ ਟੀਕਾਕਰਨ ਦੀ ਗਿਣਤੀ 2.5 ਕਰੋੜ ਰਹੀ। ਇਹ ਇੱਕ ਦਿਨ ਦੀ ਰਿਕਾਰਡ ਗਿਣਤੀ ਸੀ। ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ ਕਰੋਨਾ ਟੀਕਾਕਰਨ ਮੁਹਿੰਮ ਦੇ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਸੀ ਔਰ ਖਬਰਾਂ ਦੇ ਮੁਤਾਬਕ 17 ਸਤੰਬਰ ਨੂੰ ਵੈਕਸੀਨ ਦੀ ਖੁਰਾਕ ਦੇਣ ਦੇ ਮਾਮਲੇ ਦੇ ਵਿੱਚ ਕਰਨਾਟਕ ਟੌਪ ਤੇ ਰਿਹਾ। ਕਰਨਾਟਕਾ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਤੱਕ 26.92 ਲੱਖ ਖੁਰਾਕਾਂ ਦਿੱਤੀਆਂ ਗਈਆਂ। ਕਰਨਾਟਕ ਦੇ ਯੂਪੀ ਬਿਹਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਿਹਾਰ ਦੇ ਵਿੱਚ ਸ਼ੁੱਕਰਵਾਰ ਨੂੰ 26.62 ਲੱਖ ਖੁਰਾਕਾਂ ਤੇ ਉੱਤਰ ਪ੍ਰਦੇਸ਼ ਦੇ ਵਿੱਚ 24.86 ਲੱਖ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ। ਉਧਰ ਕਰਨਾਟਕਾ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਸੂਬੇ ਦੇ ਵਿੱਚ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਨੂੰ ਇਤਿਹਾਸਿਕ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੱਸਦਿਆਂ ਹੋਇਆਂ ਸਿਹਤ ਕਾਮਿਆਂ ਅਤੇ ਸਟਾਫ ਤੇ ਹੋਰ ਲੋਕਾਂ ਨੂੰ ਸ਼ਲਾਘਾ ਕੀਤੀ। ਤੁਹਾਨੂੰ ਦੱਸ ਦਈਏ ਕਿ 17 ਸਤੰਬਰ ਨੂੰ ਹੋਏ ਟੀਕਾਕਰਨ ਮਗਰੋਂ ਸੂਬੇ ਦੇ ਵਿੱਚ ਸਤੰਬਰ ਦੇ ਵਿੱਚ ਕੁੱਲ 87 ਲੱਖ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਉਧਰ WHO ਦੇ ਵੱਲੋਂ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ ਕੋਵੈਕਸਿਨ ਨੂੰ ਐਮਰਜੈਂਸੀ ਯੂਜ਼ ਲਿਸਟ ਨੂੰ ਸ਼ਾਮਲ ਕਰਨ ਨੂੰ ਲੈ ਕੇ ਦੇਰ ਕੀਤੇ ਜਾਣ ਨਾਲ ਦੇਸ਼ ਵਿੱਚ ਕਾਫੀ ਚਿੰਤਾ ਵਧੀ ਹੋਈ ਹੈ। ਇਹ ਚਿੰਤਾ ਇਸ ਦੇ ਲਈ ਵੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫਤੇ ਅਮਰੀਕਾ ਦੌਰੇ ਤੇ ਜਾਣ ਵਾਲੇ ਨੇ। ਮੋਦੀ 1 ਮਾਰਚ ਨੂੰ ਕੋਵੈਕਸਿਨ ਲਗਵਾ ਚੁੱਕੇ ਨੇ ਪਰ ਹੁਣ ਤੱਕ ਨਾ ਤਾਂ WHO ਨੇ ਤੇ ਨਾ ਹੀ ਅਮਰੀਕੀ ਖੁਰਾਕ ਨੇ ਦਵਾਈ ਰੈਗੂਲੇਟਰੀ ਨੂੰ ਕੋਵੈਕਸਿਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨੂੰ ਭਾਰਤ ਬਾਇਓਟੈਕ ਨੇ ਭਾਰਤੀ ਆਯੁਰ ਵਿਗਿਆਨ ਖੋਜ ਪਰਿਸ਼ਦ ਦੇ ਨਾਲ ਮਿਲ ਕੇ ਬਣਾਇਆ ਹੈ। ਕੋਵੈਕਸਿਨ ਨੂੰ ਛੇਤੀ ਮਨਜ਼ੂਰੀ ਦਿੱਤੇ ਜਾਣ ਨੂੰ ਲੈ ਕੇ ਭਾਰਤ ਸਰਕਾਰ ਤੇ ਭਾਰਤ ਬਾਇਓਟੈਕ WHO ਦੇ ਸਾਹਮਣੇ ਜ਼ੋਰ ਪਾ ਰਹੇ ਨੇ ਕਿਉਂਕਿ ਯੂਰਪ ਤੇ ਅਮਰੀਕਾ ਦੀ ਯਾਤਰਾ ਦੇ ਲਈ ਇਹ ਜ਼ਰੂਰੀ ਵੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ WHO ਦੇ ਸੀਨੀਅਰ ਵਿਗਿਆਨਕ ਡਾਕਟਰ ਸੋਮਿਆ ਸਵਾਮੀਨਾਥਨ ਦੇ ਨਾਲ ਵੀ ਅਗਸਤ ਮਹੀਨੇ ਦੇ ਵਿੱਚ ਮੁਲਾਕਾਤ ਕੀਤੀ ਅਤੇ ਕੋਵੈਕਸਿਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਮਾਮਲੇ ਤੇ ਚਰਚਾ ਵੀ ਕੀਤੀ ਸੀ। ਮਾਂਡਵੀਆ ਤੋਂ ਪਹਿਲਾਂ ਸਿਹਤ ਮੰਤਰੀ ਰਹੇ ਡਾਕਟਰ ਹਰਸ਼ਵਰਧਨ ਨੇ ਵੀ WHO ਤੇ ਇਸ ਗੱਲ ਤੇ ਜ਼ੋਰ ਪਾਇਆ ਸੀ ਕਿ ਉਹ ਕੋਵੈਕਸਿਨ ਨੂੰ ਮਨਜ਼ੂਰੀ ਦੇਵੇ। WHO ਦੇ ਡਾਇਰੈਕਟਰ ਜਨਰਲ ਮੇਰੀਅਨ ਸਿਮਾਓ ਨੇ ਭਾਰਤੀ ਅਧਿਕਾਰੀਆਂ ਨੂੰ ਦੱਸਿਆ ਕਿ ਕੋਵੈਕਸਿਨ ਦੇ ਲਈ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੀ ਸਮੀਖਿਆ ਕਾਫੀ ਅੱਗੇ ਵਧ ਚੁੱਕੀ ਹੈ ਤੇ ਅਧਿਕਾਰੀਆਂ ਦੇ ਵੱਲੋਂ ਇਸ ਬਾਰੇ ਸਤੰਬਰ ਮਹੀਨੇ ਦੇ ਵਿੱਚ ਫੈਸਲਾ ਕੀਤੇ ਜਾਣ ਦੀ ਵੀ ਉਮੀਦ ਹੈ। ਕੋਵੈਕਸਿਨ ਭਾਰਤ ਦੀ ਪਹਿਲੀ ਸਵਦੇਸ਼ੀ ਵੈਕਸੀਨ ਹੈ ਤੇ ਕੁਝ ਵੀ ਦੇਸ਼ ਜਿਵੇਂ ਕਿ ਈਰਾਨ, ਫਿਲੀਪੀਨਜ਼, ਮਾਰੀਸ਼ਸ, ਮੈਕਸੀਕੋ, ਨੇਪਾਲ, ਗੁਆਨਾ, ਪੈਰਾਗਵੇ ਅਤੇ ਜ਼ਿੰਬਾਬਵੇ ਨੇ ਵੀ ਇਸ ਨੂੰ ਮਨਜ਼ੂਰੀ ਦਿੱਤੀ ਹੈ। ਬ੍ਰਾਜ਼ੀਲ ਨੇ ਇਸ ਵੈਕਸੀਨ ਨੂੰ ਖਰੀਦਣ ਦਾ ਸੌਦਾ ਰੱਦ ਕਰ ਦਿੱਤਾ ਸੀ। WHO ਹੁਣ ਤੱਕ ਫਾਈਜ਼ਰ, ਐਸਟਰਾਜ਼ੈਨੇਕਾ, ਜੌਨਸਨ ਐਂਡ ਜੌਨਸਨ, ਮੋਡਰਨਾ ਅਤੇ ਸਿਨੋਫਾਰਮ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕਾ ਹੈ ਪਰ ਕੋਵੈਕਸਿਨ ਨੂੰ ਮਨਜ਼ੂਰੀ ਨਹੀਂ ਦਿੱਤੀ। ਹਾਲਾਂਕਿ ਕੋਵਿਡ ਟਾਸਕ ਫੋਰਸ ਦੇ ਮੁਖੀ NK ਅਰੋੜਾ ਨੇ ਵੀ ਕਿਹਾ ਕਿ ਪਰੇਸ਼ਾਨੀ ਵਾਲੀ ਗੱਲ ਕੋਈ ਵੀ ਨਹੀਂ ਹੈ, ਕੋਵੈਕਸਿਨ ਨੂੰ ਮਨਜ਼ੂਰੀ ਕਿਸੇ ਵੀ ਸਮੇਂ ਮਿਲ ਸਕਦੀ ਹੈ। ਉਧਰ ਤਾਲਿਬਾਨ ਰਾਜ ਤੋਂ ਬਾਅਦ ਅਫਗਾਨਿਸਤਾਨ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੱਢਿਆ ਗਿਆ ਹੈ ਬਾਵਜੂਦ ਇਸ ਦੇ ਕਿ ਕਈ ਲੋਕ ਅਜੇ ਵੀ ਉੱਥੇ ਫਸੇ ਹੋਏ ਨੇ। ਇੰਜ ਹੀ ਕੁਝ ਅਫਗਾਨ ਹਿੰਦੂਆਂ ਅਤੇ ਸਿੱਖਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜੋ ਕਿ ਅਫਗਾਨਿਸਤਾਨ ਦੇ ਵਿੱਚ ਫਸੇ ਹੋਏ ਨੇ। ਵੀਡੀਓ ਦੇ ਵਿੱਚ ਅਫਗਾਨ ਹਿੰਦੂ ਅਤੇ ਸਿੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਨੂੰ ਛੇਤੀ ਤੋਂ ਛੇਤੀ ਅਫਗਾਨਿਸਤਾਨ ਤੋਂ ਕੱਢਣ ਦੇ ਲਈ ਭਾਵੁਕ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਮੋਦੀ ਨੂੰ ਉਹਨਾਂ ਦੇ 71ਵੇਂ ਜਨਮ ਦਿਨ ਦੀ ਵਧਾਈ ਵੀ ਦਿੱਤੀ। ਸੂਤਰਾਂ ਦੇ ਮੁਤਾਬਕ ਇਹ ਵੀਡੀਓ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਭੇਜਿਆ ਗਿਆ। ਇਸ ਬਾਰੇ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਕਾਬੁਲ ਦੇ ਵਿੱਚ ਫਸੇ ਭਾਰਤੀ ਅਤੇ ਅਫਗਾਨ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਪਰ ਬਦਕਿਸਮਤੀ ਦੇ ਨਾਲ ਜਿਵੇਂ ਕਿ ਮੈਨੂੰ ਸੂਚਿਤ ਕੀਤਾ ਗਿਆ ਹੈ ਉਹਨਾਂ ਦੀ ਵਿਦੇਸ਼ੀ ਕੈਰੀਅਰਾਂ ਦੀ ਆਉਣ ਜਾਣ ਦੇ ਨਾਲ ਕੰਮ ਧੰਦੇ ਦੇ ਨਾਲ ਜੁੜੇ ਵੱਖ-ਵੱਖ ਮੁੱਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਤੋਂ ਇਸ ਤੇ ਧਿਆਨ ਦੇਣ ਅਤੇ ਫਸੇ ਹੋਏ ਘੱਟ ਗਿਣਤੀ ਨੂੰ ਛੋਟੀ ਤੋਂ ਛੇਤੀ 에ਅਰਲਿਫਟ ਕਰਨ ਦੀ ਅਪੀਲ ਵੀ ਕਰਦਾ ਹਾਂ। ਉਧਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਸ਼ਹਿਰ ਦੇ ਵਿੱਚ ਹਵਾਈ ਫੌਜ ਦੀ ਐਰੋਬੈਟਿਕ ਟੀਮ ਦਾ ਵਿਖਾਇਆ ਜਾਣ ਵਾਲਾ 에ਅਰ ਸ਼ੋਅ ਰੱਦ ਕਰ ਦਿੱਤਾ ਗਿਆ ਜਿਸ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਸੂਰਿਆ ਕਿਰਨ ਦੀ ਐਰੋਬੈਟਿਕ ਟੀਮ ਨੇ ਵੱਖ-ਵੱਖ ਕਲਾਬਾਜ਼ੀਆਂ ਵਿਖਾਉਣੀਆਂ ਸਨ। ਭਾਰਤ ਪਾਕਿਸਤਾਨ ਦੇ ਵਿਚਕਾਰ ਹੋਈ 1971 ਦੀ ਜੰਗ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਹਵਾਈ ਫੌਜ ਦੇ ਵੱਲੋਂ ਆਦਮਪੁਰ 에ਅਰ ਬੇਸ ਤੋਂ ਸੂਰਿਆ ਕਿਰਨ ਜਹਾਜ਼ਾਂ ਦੇ ਵੱਲੋਂ 에ਅਰ ਸ਼ੋਅ ਆਯੋਜਿਤ ਕੀਤਾ ਜਾਣਾ ਸੀ। ਖਰਾਬ ਮੌਸਮ ਹੋਣ ਦੇ ਕਾਰਨ ਪਹਿਲਾਂ 20 ਮਿੰਟਾਂ ਦੇ ਲਈ ਪ੍ਰੋਗਰਾਮ ਦੇ ਵਿੱਚ ਦੇਰੀ ਕੀਤੀ ਗਈ ਪਰ ਬਾਅਦ ਦੇ ਵਿੱਚ 에ਅਰ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ। 에ਅਰ ਸ਼ੋਅ ਰੱਦ ਹੋਣ ਦੇ ਕਾਰਨ ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਦੇ ਹੋਏ ਵਿਖਾਈ ਦਿੱਤੇ। 에ਅਰ ਸ਼ੋਅ ਦੀ ਇੱਕ ਝਲਕ ਪਾਉਣ ਦੇ ਲਈ ਜਲੰਧਰ ਸਮੇਤ ਕਈ ਕਿਲੋਮੀਟਰ ਤੱਕ ਨਜ਼ਰ ਆਉਣੀ ਸੀ। ਅੱਜ ਅਸਮਾਨ ਦੇ ਵਿੱਚ ਦਿਸਣ ਵਾਲੇ ਇਹਨਾਂ ਕਰਤਬਾਂ ਲੋਕ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। ਦੇਸ਼ ਵਿਜੇ ਦਿਵਸ ਮਨਾ ਰਿਹਾ ਹੈ। ਇਹ ਪਾਕਿਸਤਾਨ ਦੇ ਦੇਸ਼ ਦੀ 171ਵੀਂ ਜੰਗ ਦਾ 50ਵਾਂ ਸਾਲ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰ ਹਵਾਈ ਜਹਾਜ਼ ਦੀ ਸੂਰਿਆ ਕਿਰਨ ਐਰੋਬੈਟਿਕ ਟੀਮ ਆਪਣਾ ਪ੍ਰਦਰਸ਼ਨ ਵਿਖਾ ਰਹੀ ਹੈ।
ਉਧਰ ਟਾਰੀ ਬਾਰਡਰ ਤੇ ਬੀਐਸਐਫ ਤੇ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੀ ਬਿਟਿੰਗ ਰਿਟਰੀਟ ਪਰੇਡਾਂ ਦੇ ਵਿੱਚ ਟੂਰਿਸਟਾਂ ਦੀ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇੱਕ ਦਿਨ ਦੇ ਵਿੱਚ 300 ਟੂਰਿਸਟ ਇਸ ਬਿਟਿੰਗ ਰਿਟਰੀਟ ਨੂੰ ਵੇਖ ਸਕਦੇ ਨੇ, ਪਰ ਇਸ ਦੇ ਲਈ ਪਹਿਲਾਂ ਟੂਰਿਸਟਾਂ ਨੂੰ ਆਪਣੀ ਐਂਟਰੀ ਦੇ ਲਈ ਬੁਕਿੰਗ ਕਰਵਾਉਣਾ ਲਾਜ਼ਮੀ ਕੀਤਾ ਗਿਆ। ਬੁਕਿੰਗ ਦੇ ਲਈ ਜੁਆਇੰਟ ਚੈੱਕ ਪੋਸਟ ਟਾਰੀ ਦੇ ਗੇਟ ਤੇ ਇੱਕ ਹੈਲੀਕਾਪਟਰ ਨੰਬਰ ਲਿਖਿਆ ਹੋਇਆ ਸੀ, ਜੋ ਕਿ ਵਿਅਕਤੀ ਸਭ ਤੋਂ ਪਹਿਲਾਂ ਇਸ ਹੈਲਪਲਾਈਨ ਨੰਬਰ ਤੇ ਬੁਕਿੰਗ ਕਰਵਾਏਗਾ ਉਸ ਦੀ ਹੀ ਪਰੇਡ ਦੇਖਣ ਦੀ ਉਸ ਨੂੰ ਆਗਿਆ ਦਿੱਤੀ ਜਾਵੇਗੀ। ਦੋਵਾਂ ਦੇਸ਼ਾਂ ਦੇ ਅਰਧ ਸੈਨਿਕ ਬਲਾਂ ਦੇ ਵਿੱਚ ਹੋਣ ਵਾਲੀ ਇਸ ਪਰੇਡ ਨਾਲ ਦੀ ਗੱਲ ਕਰੀਏ ਤਾਂ ਬੀਐਸਐਫ ਦੀ ਟੂਰਿਸਟ ਗੈਲਰੀ ਦੇ ਵਿੱਚ 25,000 ਤੋਂ ਜ਼ਿਆਦਾ ਟੂਰਿਸਟ ਬੈਠ ਸਕਦੇ ਨੇ, ਪਰ ਕੋਵਿਡ ਦੇ ਕਾਰਨ ਇਸ ਸਮੇਂ ਸਿਰਫ 300 ਲੋਕਾਂ ਨੂੰ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਹੈ। ਇਸ ਦੇ ਇਲਾਵਾ ਟੂਰਿਸਟਾਂ ਨੂੰ ਕੋਵਿਡ ਸੰਬੰਧੀ ਸਰਕਾਰੀ ਹੁਕਮਾਂ ਦਾ ਵੀ ਸਖਤੀ ਦੇ ਨਾਲ ਪਾਲਣ ਕਰਨ ਨੂੰ ਕਿਹਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਬੀਐਸਐਫ 300 ਟੂਰਿਸਟਾਂ ਦੀ ਹੀ ਐਂਟਰੀ ਕਰਵਾ ਸਕਦੀ ਹੈ, ਕਿਉਂਕਿ ਸਰਕਾਰ ਦੇ ਵੱਲੋਂ ਕੋਵਿਡ ਸੰਬੰਧੀ ਜੋ ਹੁਕਮ ਦਿੱਤੇ ਗਏ ਨੇ ਉਹ 30 ਸਤੰਬਰ 2021 ਤੱਕ ਵਧਾ ਦਿੱਤੇ ਗਏ ਨੇ। ਸਰਕਾਰ ਦੇ ਹੁਕਮਾਂ ਦਾ ਬੀਐਸਐਫ ਨੂੰ ਸਖਤੀ ਦੇ ਨਾਲ ਪਾਲਣਾ ਕਰਨਾ ਪਵੇਗਾ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦਰਮਿਆਨ ਸਿਆਸੀ ਸੰਘਰਸ਼ ਤੇਜ਼ ਹੋ ਗਿਆ। ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਇਸ ਦੌਰਾਨ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਚੱਡਾ ਦਰਮਿਆਨ ਜ਼ਬਰਦਸਤ ਟਵਿੱਟਰ ਵਾਰ ਹੋਈ, ਜਿਸ ਤੋਂ ਬਾਅਦ ਇੱਕ ਦੂਜੇ ਤੇ ਦੋਸ਼ ਲੱਗਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਤੇਜ਼ ਹੋ ਗਈ। ਆਪਣੇ ਟਵੀਟ ਦੇ ਵਿੱਚ ਰਾਘਵ ਚੱਡਾ ਨੇ ਸਿੱਧੂ ਦੀ ਤੁਲਨਾ ਰਾਖੀ ਸਾਵੰਤ ਦੇ ਨਾਲ ਕੀਤੀ ਤਾਂ ਸਿੱਧੂ ਨੇ ਚੱਡਾ ਦੀ ਤੁਲਨਾ ਇੱਕ ਬਾਂਦਰ ਦੇ ਨਾਲ ਕਰ ਦਿੱਤੀ। ਸਿੱਧੂ ਤੇ ਰਾਘਵ ਚੱਡਾ ਦੇ ਵਿਚਾਲੇ ਹੋ ਰਹੀ ਇਸ ਟਵੀਟ ਵਾਰ ਦੇ ਵਿੱਚ ਕਈ ਲੋਕ ਸ਼ਾਮਲ ਨੇ। ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਇਸ ਮਾਮਲੇ ਦੇ ਵਿੱਚ ਲਿਖਿਆ ਹੈ ਕਿ ਰਾਘਵ ਚੱਡਾ ਦੇ ਇਸ ਟਵੀਟ ਤੋਂ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਝਲਕਦੀ ਹੈ। ਇਹ ਸਿੱਧੇ ਤੌਰ ਤੇ ਰਾਸ਼ਟਰੀ ਸਵੈਮ ਸੰਘ ਦੀ ਸੋਚ ਦਾ ਨਮੂਨਾ ਹੈ। ਲੋਕਾਂ ਨੇ ਲਿਖਿਆ ਕਿ ਰਾਖੀ ਸਾਵੰਤ ਨਾਂ ਤੇ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਹ ਰਾਖੀ ਸਾਵੰਤ ਹੀ ਨਹੀਂ ਸਗੋਂ ਮਹਿਲਾ ਸਮਾਜ ਦਾ ਅਪਮਾਨ ਹੈ। ਕੁਝ ਲੋਕਾਂ ਨੇ ਇਹ ਵੀ ਲਿਖਿਆ ਕਿ ਆਖਰ ਰਾਖੀ ਸਾਵੰਤ ਨੇ ਗਲਤ ਕੀ ਕੀਤਾ ਹੈ ਜੋ ਉਹਨਾਂ ਨੂੰ ਇਸ ਸਿਆਸੀ ਲੜਾਈ ਦੇ ਵਿੱਚ ਘੜੀਸਿਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਲੋਕਾਂ ਨੇ ਰਾਘਵ ਚੱਡਾ ਤੇ ਸਵਾਲ ਵੀ ਨਵੇਂ ਖੜੇ ਕੀਤੇ। ਦਰਅਸਲ ਰਾਘਵ ਚੱਡਾ ਨੇ ਟਵੀਟ ਤੋਂ ਪਹਿਲਾਂ ਸਵੇਰੇ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਸੀ, ਜਿਸ ਦੇ ਵਿੱਚ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ। ਇਸ ਵੀਡੀਓ ਦੇ ਵਿੱਚ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਉਸ ਦੇ ਨੋਟੀਫਿਕੇਸ਼ਨ ਤੇ ਸਵਾਲ ਖੜੇ ਕੀਤੇ ਸਨ, ਜਿਸ ਦੇ ਵਿੱਚ ਉਹਨਾਂ ਨੇ 3 ਕਿਸਾਨ ਬਿੱਲਾਂ ਨੂੰ ਲੈ ਕੇ ਚਰਚਾ ਕੀਤੀ ਸੀ। ਵੀਡੀਓ ਦੇ ਵਿੱਚ ਵੀ ਸੀ ਕਿ ਸਿੱਧੂ ਨੇ ਕਿਹਾ ਸੀ ਕਿ ਦਸੰਬਰ 2019 ਦੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਐਮਐਸਪੀ ਦੇ ਨਾਲ ਸੰਬੰਧਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਨਿੱਜੀ ਮੰਡੀਆਂ ਨੂੰ ਲੈ ਕੇ 3 ਬਿੱਲਾਂ ਦੇ ਵਿੱਚ ਇੱਕ ਬਿੱਲ ਤੇ ਮੋਹਰ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵਿਵਸਥਾ ਅੱਜ ਵੀ ਦਿੱਲੀ ਦੇ ਵਿੱਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਵੀਰਵਾਰ ਨੂੰ ਅਕਾਲੀ ਦਲ ਨੂੰ ਵੀ ਘੇਰਿਆ ਸੀ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ 7 ਦੇ ਨਾਲ।